Bose was born in 1858। ਬੋਸ ਦਾ ਜਨਮ 1858 ਵਿੱਚ ਹੋਇਆ ਇਨ ਏ ਵਿਲੇਜ ਇਨ ਬੰਗਾਲ। ਬੰਗਾਲ ਦੇ ਇੱਕ ਪਿੰਡ ਦੇ ਵਿੱਚ ਬੋਸ ਦਾ ਜਨਮ 1858 ਵਿੱਚ ਹੋਇਆ ਸੀ। ਆਫਟਰ ਸਟੱਡਿੰਗ ਫਿਜ਼ਿਕਸ ਐਟ ਕਲਕੱਤਾ ਯੂਨੀਵਰਸਿਟੀ, ਕਲਕੱਤਾ ਦੀ ਯੂਨੀਵਰਸਿਟੀ ਦੇ ਵਿੱਚ ਫਿਜ਼ਿਕਸ ਦੀ ਪੜ੍ਹਾਈ ਕਰਨ ਤੋਂ ਬਾਅਦ ਹੀ ਵੈਂਟ ਟੂ ਇੰਗਲੈਂਡ, ਉਹ ਇੰਗਲੈਂਡ ਚਲਾ ਗਿਆ ਸੀ ਫੋਰ ਫਰਦਰ ਸਟੱਡੀ, ਅੱਗੇ ਪੜ੍ਹਾਈ ਦੇ ਲਈ ਉਹ ਇੰਗਲੈਂਡ ਚਲੇ ਗਏ ਸਨ। ਹੀ ਗ੍ਰੈਜੂਏਟਡ, ਉਹਨਾਂ ਨੇ ਗ੍ਰੈਜੂਏਟ ਕੀਤੀ ਫਰੋਮ ਕੈਂਬਰਿਜ, ਦੈਨ ਰਿਟਰਨ ਟੂ ਇੰਡੀਆ, ਉਸ ਤੋਂ ਬਾਅਦ ਉਹ ਇੰਡੀਆ ਵਾਪਸ ਆ ਗਏ। ਐਂਡ ਵਾਜ਼ ਅਪੋਇੰਟਡ ਪ੍ਰੋਫੈਸਰ ਆਫ ਫਿਜ਼ਿਕਸ ਐਟ ਪ੍ਰੈਜ਼ੀਡੈਂਸੀ ਕਾਲਜ ਇਨ ਕਲਕੱਤਾ, ਕਲਕੱਤਾ ਦੇ ਵਿੱਚ ਪ੍ਰੈਜ਼ੀਡੈਂਸੀ ਕਾਲਜ ਦੇ ਵਿੱਚ ਉਹਨਾਂ ਨੇ ਫਿਜ਼ਿਕਸ ਦੇ ਪ੍ਰੋਫੈਸਰ ਦੇ ਤੌਰ 'ਤੇ ਜੁਆਇਨ ਕਰ ਲਿਆ ਸੀ। ਨੈਕਸਟ ਇਹਦਾ ਪੇਰਾ ਕਰਾਂਗੇ। A 3-year struggle, 3 ਸਾਲ ਦਾ ਸੰਘਰਸ਼ ਬਿਗੇਨ ਸ਼ੁਰੂ ਹੋ ਗਿਆ ਬਿਟਵੀਨ ਬੋਸ ਐਂਡ ਦਾ ਗੌਰਮੈਂਟ, ਸਰਕਾਰ ਅਤੇ ਬੋਸ ਦੇ ਵਿਚਕਾਰ ਇੱਕ ਸਟਰਗਲ 3 ਈਅਰ 3 ਸਾਲਾ ਸੰਘਰਸ਼ ਸ਼ੁਰੂ ਹੋ ਗਿਆ। ਇਨ ਵਿਚ ਹੀ ਵਾਜ਼ ਵਿਕਟੋਰੀਅਸ, ਜਿਸ ਦੇ ਵਿੱਚ ਉਹ ਜਿੱਤ ਗਿਆ ਸੀ। ਵਿਕਟੋਰੀਅਸ ਦਾ ਅਰਥ ਹੈ ਜਿੱਤ ਜਾਣਾ ਜਾਂ ਜੇਤੂ। ਐਨ ਇੰਡੀਅਨ, ਇਨ ਦੋਜ਼ ਡੇਜ਼, ਉਹਨਾਂ ਦਿਨਾਂ ਦੇ ਵਿੱਚ ਇੱਕ ਇੰਡੀਅਨ ਜਾਂ ਇੱਕ ਭਾਰਤੀ ਉਹ ਬ੍ਰਿਟਿਸ਼ ਰੂਲ ਯੂਜੂਅਲੀ ਰਿਸੀਵਡ 2/3 ਆਫ ਦਾ ਸੈਲਰੀ, ਯੂਜੂਅਲੀ ਮੀਨ ਆਮ ਤੌਰ 'ਤੇ ਰਿਸੀਵਡ ਮੀਨ ਪ੍ਰਾਪਤ ਕਰਦਾ ਸੀ, 2/3 ਮੀਨ 2/3 ਆਫ ਦਾ ਸੈਲਰੀ ਪੇਡ ਟੂ ਯੂਰੋਪੀਅਨ ਪ੍ਰੋਫੈਸਰ, ਜੋ ਯੂਰੋਪੀਅਨ ਪ੍ਰੋਫੈਸਰ ਨੂੰ ਤਨਖਾਹ ਦਿੱਤੀ ਜਾਂਦੀ ਸੀ ਉਸ ਦਾ ਬ੍ਰਿਟਿਸ਼ ਰੂਲ ਦੇ ਇੰਡੀਅਨ ਨੂੰ ਕੇਵਲ 2/3 ਜਾਂ 2/3 ਜਿਹੜਾ ਹਿੱਸਾ ਜਿਹੜਾ ਹੈ ਉਹ ਉਨੀ ਹੀ ਸੈਲਰੀ ਜਿਹੜੀ ਹੈ ਇੱਕ ਬ੍ਰਿਟਿਸ਼ ਰੂਲ ਦੇ ਇੰਡੀਅਨ ਨੂੰ ਮਿਲਦੀ ਹੁੰਦੀ ਸੀ। ਬੋਸ ਅਪੋਇੰਟਮੈਂਟ ਵਾਜ਼ ਟੈਂਪਰੇਰੀ ਵਨ, ਬੋਸ ਦੀ ਜਿਹੜੀ ਅਪੋਇੰਟਮੈਂਟ ਸੀ ਉਹਦੀ ਨਿਯੁਕਤੀ ਸੀ ਉਹ ਟੈਂਪਰੇਰੀ ਸੀ। ਸੋ ਹੀ ਵਾਜ਼ ਗਿਵਨ ਓਨਲੀ ਹਾਫ ਦਾ ਰੇਟ ਫੋਰ ਯੂਰੋਪੀਅਨ, ਇਸ ਕਰਕੇ ਉਸਨੂੰ ਯੂਰੋਪੀਅਨ ਦੇ ਬਦਲੇ ਸਿਰਫ ਅੱਧੀ ਤਨਖਾਹ ਮਿਲਦੀ ਸੀ। ਬੋਸ ਵਾਜ਼ ਨਾਟ ਮੇਨ ਟੂ ਟੇਕ ਕੁਆਇਟਲੀ, ਬੋਸ ਜਿਹੜਾ ਸੀ ਇਸ ਗੱਲ ਨੂੰ ਕੁਆਇਟਲੀ ਚੁੱਪ ਚਾਪ ਸਹਿਣ ਕਰਨ ਵਾਲਾ ਨਹੀਂ ਸੀ। ਹੀ ਫੈਲਟ ਦੈਟ, ਉਸ ਨੇ ਮਹਿਸੂਸ ਕੀਤਾ ਕਿ ਪੀਪਲ ਹੂ ਡਿਡ ਸੇਮ ਅਮਾਊਂਟ ਐਂਡ ਸੇਮ ਕਾਈਂਡ ਆਫ ਵਰਕ, ਉਸ ਨੇ ਮਹਿਸੂਸ ਕੀਤਾ ਕਿ ਲੋਕ ਜਿਹੜੇ ਸੇਮ ਅਮਾਊਂਟ ਮੀਨ ਉਸੇ ਮਾਤਰਾ ਦੇ ਵਿੱਚ ਅਤੇ ਇੱਕੋ ਹੀ ਕਿਸਮ ਦਾ ਕੰਮ ਕਰਦੇ ਹਨ, ਸ਼ੁੱਡ ਬੀ ਪੇਡ ਸੇਮ ਸੈਲਰੀ, ਉਹਨਾਂ ਨੂੰ ਸੇਮ ਸੈਲਰੀ ਮਿਲਣੀ ਚਾਹੀਦੀ ਹੈ। ਵਟ ਐਵਰ ਰੇਸ, ਜੋ ਵੀ ਉਹਨਾਂ ਦੀ ਜਾਤੀ ਹੋਵੇ, ਔਰ ਨੇਸ਼ਨ, ਚਾਹੇ ਜੋ ਵੀ ਉਹਨਾਂ ਦਾ ਨੇਸ਼ਨ ਜਾਂ ਦੇਸ਼ ਹੋਵੇ। ਦੇ ਬਿਲੋਂਗ ਟੂ, ਜਿਸ ਦੇ ਨਾਲ ਉਹ ਬਿਲੋਂਗ ਰੱਖਦੇ ਹਨ। ਮੀਨਸ ਲੋਕ ਕਿਸੇ ਉਸ ਬੋਸ ਦਾ ਵਿਸ਼ਵਾਸ ਸੀ ਵੀ ਲੋਕ ਕਿਸੇ ਵੀ ਜਾਤੀ ਜਾਂ ਕਿਸੇ ਵੀ ਨੇਸ਼ਨ ਦੇ ਨਾਲ ਸੰਬੰਧ ਰੱਖਣ, ਉਹਨਾਂ ਨੂੰ ਜੇ ਉਹ ਇੱਕੋ ਜਿਹਾ ਕੰਮ ਕਰਦੇ ਹੈ ਤਾਂ ਸੈਲਰੀ ਵੀ ਇੱਕੋ ਜਿਹੀ ਮਿਲਣੀ ਚਾਹੀਦੀ ਹੈ। ਇਟ ਇਜ਼ ਵਰਥ ਰਿਮੈਂਬਰਿੰਗ, ਰਿਮੈਂਬਰਿੰਗ ਮੀਨ ਯਾਦ ਰੱਖਣਾ, ਇਹ ਯਾਦ ਰੱਖਣਯੋਗ ਹੈ। ਦੇ ਡਿਸਕਵਰੀਜ਼ ਡੂ ਨਾਟ ਕਮ ਫਰੋਮ ਫੇਥਫੁਲ ਫਾਲੋਵਰਸ, ਇਹ ਜਿਹੜੀ ਡਿਸਕਵਰੀਜ਼ ਹੈ ਉਹ ਫੇਥਫੁਲ ਵਫਾਦਾਰ ਫਾਲੋਵਰਸ ਤੋਂ ਨਹੀਂ ਹੁੰਦੀਆਂ। ਐਂਡ ਯੈਸ ਮੈਨ ਆਫ ਸਾਇੰਸ, ਜਾਂ ਸਾਇੰਸ ਦੇ ਜਿਹੜੇ ਯੈਸ ਮੈਨ ਹੈ ਜਾਂ ਹਾਂ ਕਹਿਣ ਵਾਲੇ ਹੈ ਉਹਨਾਂ ਦੇ ਕੋਲ ਹੀ ਸਿਰਫ ਡਿਸਕਵਰੀ ਜਿਹੜੀ ਨਹੀਂ ਆਉਂਦੀ। ਦੇ ਕਮ ਫਰੋਮ ਦਾ ਡਾਊਟਰ, ਡਿਸਕਵਰੀ ਜਿਹੜੀ ਹੈ ਹਮੇਸ਼ਾ ਡਾਊਟਰਸ ਜਿਹੜੇ ਸ਼ੱਕ ਰੱਖਦੇ ਹਨ, ਇਹ ਰਿਬਲਸ ਜਿਹੜੇ ਬਾਗੀ ਹਨ ਉਹਨਾਂ ਤੋਂ ਪ੍ਰਾਪਤ ਹੁੰਦੀ ਹੈ। ਬੋਸ ਵਾਜ਼ ਬਾਈ ਨੇਚਰ ਏ ਰਿਬਲ, ਬੋਸ ਸੁਭਾਅ ਤੋਂ ਹੀ ਇੱਕ ਰਿਬਲ ਸੀ, ਇੱਕ ਬਾਗੀ ਸੀ।
ਨੈਕਸਟ ਆਪਾਂ ਕਰਦੇ ਹਾਂ ਹੀ ਰਿਫਿਊਜ਼ਡ, ਉਸ ਨੇ ਇਨਕਾਰ ਕਰ ਦਿੱਤਾ ਟੂ ਟੱਚ ਐਨੀ ਪਾਰਟ ਆਫ ਸੈਲਰੀ, ਆਪਣੀ ਸੈਲਰੀ ਆਪਣੀ ਤਨਖਾਹ ਦਾ ਕੋਈ ਵੀ ਪਾਰਟ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਫਾਰ 3 ਈਅਰਸ, 3 ਸਾਲਾਂ ਤੱਕ। ਇਟ ਵਾਜ਼ ਏ ਕੁਐਸਚਨ ਆਫ ਹਿਜ਼ ਸੈਲਫ ਰਿਸਪੈਕਟ, ਇਹ ਉਸ ਦੇ ਸੈਲਫ ਰਿਸਪੈਕਟ ਜਾਂ ਆਤਮ ਸਨਮਾਨ ਦਾ ਪ੍ਰਸ਼ਨ ਸੀ। ਐਂਡ ਹੀ ਵਾਜ਼ ਨਾਟ ਰੈਡੀ ਟੂ ਗਿਵ ਅਪ ਹਿਜ਼ ਪ੍ਰਿੰਸੀਪਲ, ਅਤੇ ਉਹ ਆਪਣੇ ਪ੍ਰਿੰਸੀਪਲਸ ਆਪਣੇ ਸਿਧਾਂਤਾਂ ਨੂੰ ਛੱਡਣ ਨੂੰ ਤਿਆਰ ਨਹੀਂ ਸੀ। ਇਨ ਦਾ ਐਂਡ ਵਿਕਟਰੀ ਵਾਜ਼ ਹਿਜ਼, ਅੰਤ ਵਿੱਚ ਉਸ ਦੀ ਜਿੱਤ ਹੋ ਗਈ ਸੀ। ਨੈਕਸਟ ਪੈਸੇਜ ਆਪਾਂ ਰੀਡ ਕਰਦੇ ਹਾਂ ਬੋਸ ਨਾਓ ਬਿਗੇਨ ਦਾ ਵਰਕ, ਬੋਸ ਨੇ ਹੁਣ ਉਹ ਕੰਮ ਸ਼ੁਰੂ ਕਰ ਦਿੱਤਾ ਵਿਚ ਹੈਜ਼ ਮੇਡ ਹਿਮ ਫੇਮਸ, ਜਿਸ ਦੇ ਕਾਰਨ ਉਹ ਫੇਮਸ ਹੋ ਗਿਆ ਸੀ ਆਲ ਓਵਰ ਦਾ ਵਰਲਡ, ਸਾਰੇ ਸੰਸਾਰ ਦੇ ਵਿੱਚ। ਹੀ ਹੈਡ ਫਰੋਮ ਬੁਆਏਹੁੱਡ, ਉਹ ਬੁਆਏਹੁੱਡ ਤੋਂ ਹੀ ਬਚਪਨ ਤੋਂ ਹੀ ਬਿਨ ਇੰਟਰਸਟਡ ਰੁਚੀ ਰੱਖਦਾ ਸੀ ਇਨ ਐਨੀਮਲਸ ਜਾਨਵਰਾਂ ਦੇ ਵਿੱਚ ਐਂਡ ਪਲਾਂਟ ਲਾਈਫ ਅਤੇ ਪੌਦਿਆਂ ਦੇ ਜੀਵਨ ਵਿੱਚ। ਐਂਡ ਨਾਓ ਹਿਜ਼ ਵਰਕ ਇਨ ਫਿਜ਼ਿਕਸ ਲੈਡ ਹਿਮ ਬੈਕ ਟੂ ਹਿਜ਼ ਓਲਡ ਲਵ, ਹੁਣ ਫਿਜ਼ਿਕਸ ਦੇ ਵਿੱਚ ਜਿਹੜਾ ਉਸਦਾ ਪ੍ਰੇਮ ਸੀ, ਜਿਹੜੀ ਰੁਚੀ ਸੀ, ਉਸ ਨੇ ਉਸ ਨੂੰ ਉਸਦੇ ਪੁਰਾਣੀ ਪਸੰਦ ਜਾਂ ਪੁਰਾਣੇ ਪ੍ਰੇਮ ਦੇ ਵੱਲ ਲਿਜਾਇਆ ਗਿਆ। ਹੀ ਹੈਡ ਨੋਟਿਸਡ, ਉਸਨੇ ਨੋਟ ਕੀਤਾ ਦੇਟ ਹਿਜ਼ ਵਾਇਰਲੈਸ ਰਿਸੀਵਰ, ਕਿ ਉਸਦਾ ਜਿਹੜਾ ਵਾਇਰਲੈਸ ਰਿਸੀਵਰ ਹੈ ਸ਼ੋਡ ਸਾਈਨ ਆਫ ਟਾਇਰਡਨੈਸ, ਕਿ ਟਾਇਰਡਨੈਸ ਜਾਂ ਥਕੇਵੇਂ ਦੇ ਚਿੰਨ੍ਹ ਪ੍ਰਗਟ ਕਰਦੇ ਹਨ। ਆਫਟਰ ਇਟ ਹੈਡ ਬੀਨ ਇਨ ਯੂਜ਼ ਫਾਰ ਸਮ ਟਾਈਮ, ਜਦੋਂ ਇਸ ਨੂੰ ਕੁਝ ਸਮਾਂ ਯੂਜ਼ ਕਰ ਲਿਆ ਜਾਂਦਾ ਹੈ ਤਾਂ ਉਹਦਾ ਓਲਡ ਵਾਇਰਲੈਸ ਹੈ ਉਹ ਕੁਝ ਜਿਹੜੀ ਹੈ ਟਾਇਰਡਨੈਸ ਜਾਂ ਥਕਾਵਟ ਦੇ ਚਿੰਨ੍ਹ ਪ੍ਰਗਟ ਕਰਦੇ ਹਨ। ਬਟ ਇਨ ਸਮ ਸਟਰੇਂਜ ਵੇ ਗੋਟ ਬੇਕ ਇਟਸ ਪਾਵਰ, ਪਰੰਤੂ ਕੁਝ ਸਟਰੇਂਜ ਵੇ ਅਜੀਬ ਤਰੀਕੇ ਨਾਲ ਇਹਦੀ ਪਾਵਰ ਜਿਹੜੀ ਹੈ ਮੁੜ ਵਾਪਸ ਆਉਂਦੀ ਹੈ ਆਫਟਰ ਬੀਇੰਗ ਰੈਸਟਡ, ਕੁਝ ਆਰਾਮ ਕਰਨ ਤੋਂ ਬਾਅਦ। ਹੇਅਰ ਵਾਜ਼ ਫੂਡ ਫੋਰ ਥੋਟ, ਇੱਥੇ ਵਿਚਾਰਾਂ ਦੇ ਲਈ ਇੱਕ ਖੁਰਾਕ ਸੀ। ਦ ਕਾਈਂਡ ਆਫ ਥੋਟ, ਇਸ ਪ੍ਰਕਾਰ ਦੀ ਸੋਚ ਫਰੋਮ ਵਿਚ ਗ੍ਰੇਟ ਡਿਸਕਵਰੀਜ਼ ਕਮ, ਜਿਸ ਤੋਂ ਬਹੁਤ ਵੱਡੀਆਂ ਵੱਡੀਆਂ ਡਿਸਕਵਰੀਜ਼ ਜਾਂ ਜਿਹੜੀ ਖੋਜ ਹੈ ਉਹ ਕੀਤੀ ਗਈ ਸੀ। ਨੈਕਸਟ ਆਪਾਂ ਸਪੇਅਰ ਕਰ ਲੈਂਦੇ ਹਾਂ ਅੰਟਿਲ ਦਾ ਐਂਡ ਆਫ ਦਾ ਮਿਡਲ ਏਜਿਸ, ਮੱਧਮ ਯੁੱਗ ਦੇ ਅੰਤ ਤੱਕ ਦਾ ਵਰਲਡ was looked on as one beautiful unity created by God। 19ਵੀਂ ਸ਼ਤਾਬਦੀ until the end of the middle ages, ਮੱਧਮ ਵਰਗ ਦੇ ਅੰਤ ਤੱਕ ਵਰਲਡ ਜਾਂ ਦੁਨੀਆ ਨੂੰ looked on ਦੇਖਿਆ ਜਾਂਦਾ ਸੀ as one beautiful unity, ਇੱਕ ਸੁੰਦਰ ਏਕਤਾ ਦੇ ਰੂਪ ਵਿੱਚ ਦੇਖਿਆ ਜਾਂਦਾ ਸੀ। created by God, ਜਿਸ ਨੂੰ ਪਰਮਾਤਮਾ ਨੇ ਬਣਾਇਆ ਹੈ। man believed, ਮਨੁੱਖ ਦਾ ਵਿਸ਼ਵਾਸ ਸੀ that everything in the world, ਕਿ ਦੁਨੀਆ ਦੇ ਵਿੱਚ ਹਰੇਕ ਚੀਜ਼ from man to rocks, ਮਨੁੱਖ ਤੋਂ ਚੱਟਾਨਾਂ ਤੱਕ stone, and its place and purpose, from man to rocks, ਮਨੁੱਖ ਤੋਂ ਲੈ ਕੇ ਚੱਟਾਨਾਂ ਤੱਕ ਅਤੇ ਪੱਥਰ, had its place, ਇਸ ਦਾ ਆਪਣਾ ਹੀ ਸਥਾਨ ਹੁੰਦਾ ਹੈ, and purpose, ਅਤੇ ਹਰੇਕ ਵਸਤੂ ਦਾ ਆਪਣਾ ਪਰਪਸ ਹੁੰਦਾ ਹੈ। The discoveries of Galileo and Newton changed the world picture। ਗੈਲੀਲੀਓ ਨੇ ਅਤੇ ਨਿਊਟਨ ਨੇ ਜੋ ਡਿਸਕਵਰੀਜ਼ ਕੀਤੀ ਸੀ ਉਹ ਵਰਲਡ, ਉਸ ਦੇ ਨਾਲ ਵਰਲਡ ਦੀ ਜਿਹੜੀ ਪਿਕਚਰ ਹੈ, ਤਸਵੀਰ ਹੈ, ਉਹ ਚੇਂਜ ਹੋ ਗਈ ਸੀ। ਮੈਨ ਬਿਗੇਨ ਟੂ ਸਟੱਡੀ, ਮਨੁੱਖ ਨੇ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਈਚ ਬ੍ਰਾਂਚ ਆਫ ਸਾਇੰਸ, ਵਿਗਿਆਨ ਦੀ ਹਰੇਕ ਬ੍ਰਾਂਚ ਜਾਂ ਹਰੇਕ ਸ਼ਾਖਾ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਸਪਰੇਟਲੀ ਮੀਨ ਅਲੱਗ ਤੋਂ, ਵਿਦ ਗ੍ਰੇਟਰ ਡਿਟੇਲ, ਪੂਰੇ ਡਿਟੇਲ ਦੇ ਨਾਲ। ਐਂਡ ਦੇਅਰ ਡਿਵੈਲਪਡ ਸੈਵਰਲ ਡਿਫਰੈਂਟ ਕਾਈਂਡ ਆਫ ਸਾਇੰਸਿਸ, ਅਤੇ ਇੱਥੇ ਕਈ ਭਿੰਨ ਭਿੰਨ ਪ੍ਰਕਾਰ ਦੇ ਜਿਹੜੇ ਵਿਗਿਆਨ ਹੈ ਉਹ ਡਿਵੈਲਪ ਹੋ ਗਏ। ਬੋਸ ਵੇਵਰ ਰਿਕੋਗਨਾਈਜ਼ਡ, ਬੋਸ ਨੇ ਰਿਕੋਗਨਾਈਜ਼ ਕਰ ਲਿਆ, ਪਛਾਣ ਲਿਆ ਇਹ ਯੂਨਿਟੀ, ਇੱਕ ਸਮਾਨਤਾ ਜਾਂ ਇੱਕ ਏਕਤਾ ਅਮੰਗ ਆਲ ਦੀਜ਼ ਡਿਫਰੈਂਟ ਬ੍ਰਾਂਚਿਸ ਆਫ ਸਾਇੰਸ, ਵਿਗਿਆਨ ਦੀ ਡਿਫਰੈਂਟ ਜੋ ਬ੍ਰਾਂਚਿਸ ਸੀਗੀਆਂ, ਸ਼ਾਖਾਵਾਂ ਸੀਗੀਆਂ, ਉਹਨਾਂ ਦੇ ਵਿੱਚ ਜੋ ਯੂਨਿਟੀ ਸੀਗੀ ਉਸ ਸਭ ਨੂੰ ਬੋਸ ਨੇ ਰਿਕੋਗਨਾਈਜ਼ ਕਰ ਲਿਆ ਸੀ, ਪਛਾਣ ਲਿਆ ਸੀ। ਨੈਕਸਟ ਪੈਰਾ ਜਿਹਦਾ ਆਪਾਂ ਕਰਦੇ ਹਾਂ, ਹੀ ਰੀਅਲਾਈਜ਼ਡ, ਉਸ ਨੇ ਮਹਿਸੂਸ ਕੀਤਾ
that there was similarity ਕਿ ਇੱਥੇ similarity ਸੀ similarity means समानता in the behavior of lifeless and living things lifeless mean निर्जीव living mean सजीव behavior mean ਵਿਵਹਾਰ ਉਸ ਨੇ ਮਹਿਸੂਸ ਕੀਤਾ ਕਿ ਨਿਰਜੀਵ ਅਤੇ ਸਜੀਵ ਚੀਜ਼ਾਂ ਦੇ ਵਿਵਹਾਰ ਦੇ ਵਿੱਚ ਇੱਕ ਪ੍ਰਕਾਰ ਦੀ ਸਿਮਿਲਰਿਟੀ ਹੁੰਦੀ ਹੈ ਸਮਾਨਤਾ ਹੁੰਦੀ ਹੈ ਇਟ ਵਾਜ਼ ਹੋਏਵਰ ਨਾਟ ਈਜ਼ੀ ਫਿਰ ਵੀ ਇੰਨਾ ਈਜ਼ੀ ਨਹੀਂ ਸੀ ਟੂ ਕਨਵਿੰਸ ਅਦਰਸ ਕਨਵਿੰਸ ਮੀਨ ਸਹਿਮਤ ਕਰਨਾ ਅਦਰਸ ਦੂਸਰਿਆਂ ਨੂੰ ਇਸ ਦੇ ਬਾਰੇ ਸਹਿਮਤ ਕਰਨਾ ਈਜ਼ੀ ਨਹੀਂ ਸੀ ਪੀਪਲ ਹੋਲਡ ਔਨ ਟੂ ਦੇਅਰ ਓਲਡ ਬਲੀਫਸ ਲੋਕਾਂ ਨੂੰ ਨੇ ਆਪਣੇ ਓਲਡ ਬਲੀਫ ਜਾਂ ਪੁਰਾਣੇ ਵਿਸ਼ਵਾਸ ਜਾਰੀ ਰੱਖੇ ਐਂਡ ਡੂ ਨਾਟ ਲਾਈਕ ਟੂ ਚੇਂਜ ਦੈਮ ਅਤੇ ਲੋਕ ਉਹਨਾਂ ਨੂੰ ਚੇਂਜ ਨਹੀਂ ਕਰਨਾ ਚਾਹੁੰਦੇ ਬੋਸ ਸਜੈਸਟਡ ਦੈਟ ਐਨੀਮਲ ਵੈਜੀਟੇਬਲਸ ਐਂਡ ਮਿਨਰਲ ਕਿੰਗਡਮ ਵਰ ਵਨ ਬੋਸ ਨੇ ਸੁਝਾਅ ਦਿੱਤਾ ਕਿ ਐਨੀਮਲ ਜਾਨਵਰਾਂ ਦਾ ਅਤੇ ਵੈਜੀਟੇਬਲ ਸਬਜ਼ੀਆਂ ਔਰ ਮਿਨਰਲ ਕਿੰਗਡਮ ਜਾਂ ਖਣਿਜ ਪਦਾਰਥਾਂ ਦਾ ਜਿਹੜਾ ਰਾਜ ਹੈ ਵਨ ਇੱਕੋ ਹੀ ਸੀ ਐਂਡ ਹੈਡ ਗ੍ਰੇਟ ਡੀਲ ਇਨ ਕੋਮਨ ਗ੍ਰੇਟ ਡੀਲ ਮੀਨ ਬਹੁਤ ਕੁਛ ਵੱਡੇ ਪੱਧਰ 'ਤੇ ਇਹਦੇ ਵਿੱਚ ਕੋਮਨ ਸੀ ਸਮਾਨਤਾ ਸੀ ਹੀ ਸੈਡ ਦੈਟ ਪਲਾਂਟਸ ਐਂਡ ਮੈਟਲਸ ਉਸ ਨੇ ਕਿਹਾ ਕਿ ਪਲਾਂਟ ਪੌਦੇ ਮੈਟਲ ਧਾਤੂਆਂ ਹੈਡ ਏ ਲਾਈਫ ਆਫ ਦੇਅਰ ਓਵਨ ਕਿ ਪੌਦੇ ਅਤੇ ਧਾਤੂਆਂ ਦੇ ਵਿੱਚ ਆਪਣਾ ਇੱਕ ਪ੍ਰਕਾਰ ਦਾ ਜੀਵਨ ਸੀ ਐਂਡ ਕੁਡ ਬਿਕਮ ਟਾਇਰਡ ਅਤੇ ਥੱਕ ਸਕਦਾ ਸੀ ਟਾਇਰਡ ਮੀਨ ਥੱਕਣਾ ਡਿਪਰੈਸ ਨਿਰਾਸ਼ ਹੋ ਸਕਦੇ ਸੀ ਹੈਪੀ ਖੁਸ਼ ਹੋ ਸਕਦੇ ਸਨ ਪੀਪਲ ਲਾਫਡ ਲੋਕ ਹੱਸੇ ਏਟ ਹਿਮ ਲੋਕਾਂ ਨੇ ਉਸ ਦਾ ਮਜ਼ਾਕ ਉਡਾਇਆ ਦੇ ਡਿਡ ਨਾਟ ਟੇਕ ਹਿਮ ਸੀਰੀਅਸਲੀ ਉਹਨਾਂ ਨੇ ਉਸ ਦੀ ਗੱਲ ਨੂੰ ਸੀਰੀਅਸਲੀ ਨਾ ਬੋਸ ਜਾਣਦਾ ਸੀ ਹੀ ਵਾਜ਼ ਰਾਈਟ ਕਿ ਉਹ ਠੀਕ ਸੀ ਐਂਡ ਹੀ ਪ੍ਰੂਵਡ ਇਟ ਅਤੇ ਉਸ ਨੇ ਇਸ ਨੂੰ ਸਿੱਧ ਕੀਤਾ ਟੂ ਬੈਗਿਨ ਵਿਦ ਸ਼ੁਰੂ ਵਿੱਚ ਹੀ ਡਿਜ਼ਾਈਨ ਐਂਡ ਬਿਲਟ ਏ ਮਸ਼ੀਨ ਉਸ ਨੇ ਇੱਕ ਮਸ਼ੀਨ ਡਿਜ਼ਾਈਨ ਕੀਤੀ ਅਤੇ ਇੱਕ ਮਸ਼ੀਨ ਉਸਨੇ ਬਣਾਈ ਵਿਚ ਰਿਕਾਰਡਡ ਜੋ ਕਿ ਰਿਕਾਰਡ ਰੱਖਦੀ ਸੀ ਹਿਜ਼ ਫਾਈਂਡਿੰਗਸ ਮੀਨ ਉਸ ਦੀ ਖੋਜ ਜਾਂ ਜੋ ਵੀ ਉਸ ਦੀ ਖੋਜ ਸੀ ਉਸ ਦਾ ਉਹ ਰਿਕਾਰਡ ਰੱਖਦੀ ਸੀ ਵਿਦ ਮੈਕਸੀਮਮ ਐਗਜੈਕਟਨੈਸ ਜ਼ਿਆਦਾ ਤੋਂ ਜ਼ਿਆਦਾ ਸਹੀ ਐਗਜੈਕਟਨੈਸ ਮੀਨ ਸਹੀਪਨ ਜਾਂ ਸ਼ੁੱਧਤਾ ਜ਼ਿਆਦਾ ਤੋਂ ਜ਼ਿਆਦਾ ਸ਼ੁੱਧਤਾ ਦੇ ਨਾਲ ਉਹ ਚੀਜ਼ਾਂ ਦੇ ਰਿਕਾਰਡ ਰੱਖਦੀ ਸੀ ਉਹਦੀ ਜਿਹੜੀ ਮਸ਼ੀਨ ਸੀ ਦਿਸ ਵਾਜ਼ ਦਾ ਕ੍ਰੈਸਕੋਗ੍ਰਾਫ ਇਸ ਦਾ ਨਾਮ ਸੀ ਕ੍ਰੈਸਕੋਗ੍ਰਾਫ ਤਾਂ ਬੱਚੋ ਯਾਦ ਰੱਖਣਾ ਹੈ CRESCOGRAPH ਕ੍ਰੈਸਕੋਗ੍ਰਾਫ ਇੱਕ ਅਜਿਹੀ ਉਸਨੇ ਯੰਤਰ ਬਣਾਇਆ ਸੀ ਉਹਦਾ ਨਾਮ ਸੀ ਕ੍ਰੈਸਕੋਗ੍ਰਾਫ ਦਾ ਅਮੇਜ਼ਿੰਗ ਇੰਸਟਰੂਮੈਂਟ ਇਹ ਇੱਕ ਅਮੇਜ਼ਿੰਗ ਇੰਸਟਰੂਮੈਂਟ ਸੀ ਅਮੇਜ਼ਿੰਗ ਮੀਨ ਹੈਰਾਨੀਜਨਕ ਵਿੱਚ ਰਿਕਾਰਡ ਜੋ ਕਿ ਰਿਕਾਰਡ ਰੱਖਦਾ ਸੀ ਗਰੋਥ ਆਫ ਪਲਾਂਟਸ ਪੌਦਿਆਂ ਦੇ ਵਿਕਾਸ ਜਾਂ ਪੌਦਿਆਂ ਦੇ ਵਾਧੇ ਦਾ ਰਿਕਾਰਡ ਰੱਖਦਾ ਸੀ ਇਟ ਮੈਗਨੀਫਾਈਜ਼ the movement of plant tissues 10,000 times it magnify mean ਇਹ ਵੱਡਾ ਕਰਕੇ ਦੱਸਦਾ ਸੀ ਮੂਵਮੈਂਟ ਆਫ ਪਲਾਂਟ ਟਿਸ਼ੂ ਪੌਦਿਆਂ ਦੇ ਜਿਹੜੇ ਟਿਸ਼ੂ ਹੈ ਉਹਨਾਂ ਦੀ ਮੂਵਮੈਂਟ ਜਾਂ ਉਹਨਾਂ ਦੀ ਗਤੀ ਨੂੰ ਇਹ ਬਹੁਤ ਜ਼ਿਆਦਾ ਮੈਗਨੀਫਾਈ ਕਰਦਾ ਸੀ ਬਹੁਤ ਵੱਡਾ ਜਾਂ ਵਿਸਤਾਰ ਨਾਲ ਦੱਸਦਾ ਸੀ ਕਿੰਨਾ ਵੱਡਾ 10,000 ਟਾਈਮਸ 10,000 ਗੁਣਾ ਵੱਡਾ ਕਰਕੇ ਇਹ ਦਿਖਾਉਂਦਾ ਸੀ and can record the reaction of plants ਅਤੇ ਪੌਦਿਆਂ ਦੀ ਜਿਹੜੀ ਰਿਐਕਸ਼ਨ ਹੈ ਜਾਂ ਪ੍ਰਤੀਕਿਰਿਆ ਹੈ ਉਸ ਨੂੰ ਉਹ ਰਿਕਾਰਡ ਕਰਦਾ ਸੀ ਟੂ ਮੈਨਿਓਰ ਨੋਇਜ਼ ਐਂਡ ਅਦਰ ਸਟਿਮੂਲੀ ਜੇ ਪੌਦਿਆਂ ਦੀ ਕੋਈ ਵੀ ਰਿਐਕਸ਼ਨ ਹੁੰਦੀ ਸੀ ਜਿਵੇਂ ਕਿ ਮੈਨਿਓਰ ਖਾਦ ਦੇਣਾ ਨੋਇਜ਼ ਸ਼ੋਰ ਅਦਰ ਸਟਿਮੂਲੀ ਜਾਂ ਹੋਰ ਕੋਈ ਜਿਹੜਾ ਸਟਿਮੂਲੀ ਹੈ ਉਹਦੇ ਲਈ ਉਹ ਰਿਐਕਸ਼ਨ ਨੂੰ ਰਿਕਾਰਡ ਇਹ ਮਸ਼ੀਨ ਰੱਖ ਸਕਦੀ ਸੀ ਤਾਂ ਕ੍ਰੈਸਕੋਗ੍ਰਾਫ ਨੇ ਸਿੱਧ ਕੀਤਾ ਦੈਟ ਬੋਸ ਹੈਡ ਨਾਟ ਬਿਨ ਰੋਂਗ ਕਿ ਬੋਸ ਗਲਤ ਨਹੀਂ ਸੀ ਇਟ ਸ਼ੋਡ ਦੈਟ ਪਲਾਂਟਸ ਹੈਵ ਹਾਰਟਸ ਇਸ ਨੇ ਸਿੱਧ ਕਰ ਦਿੱਤਾ ਕਿ ਪੌਦਿਆਂ ਦੇ ਵਿੱਚ ਵੀ ਹਾਰਟ ਹੁੰਦਾ ਹੈ
ਐਂਡ ਆਰ ਕੈਪੇਬਲ ਆਫ ਫੀਲਿੰਗ ਅਤੇ ਮਹਿਸੂਸ ਕਰਨ ਦੇ ਉਹ ਯੋਗ ਹੁੰਦੇ ਹਨ। ਦਾ ਕ੍ਰੈਸਕੋਗ੍ਰਾਫ ਇੰਡੀਕੇਟਡ, ਕ੍ਰੈਸਕੋਗ੍ਰਾਫ ਜਿਹੜਾ ਸੀ ਇੰਡੀਕੇਟ ਮਤਲਬ ਸੰਕੇਤ, ਕ੍ਰੈਸਕੋਗ੍ਰਾਫ ਇਹ ਸੰਕੇਤ ਕਰਦਾ ਸੀ ਦੇਟ ਪਲਾਂਟਸ ਹੈਵ ਏ ਕਿਨ ਸਾਈਟ, ਪੌਦਿਆਂ ਦੀ ਇੱਕ ਸਾਈਟ ਦ੍ਰਿਸ਼ਟੀ ਹੁੰਦੀ ਹੈ। ਸਾਈਟ ਮੀਨ ਦ੍ਰਿਸ਼ਟੀ ਦੇਖ ਸਕਣਾ। ਐਂਡ ਰਿਐਕਟ ਅਤੇ ਉਹ ਰਿਐਕਟ ਕਰਦੇ ਹਨ ਟੂ ਰੇਜ਼ ਆਫ ਲਾਈਟ, ਰੇਜ਼ ਮੀਨ ਕਿਰਨਾ, ਲਾਈਟ ਮੀਨ ਰੋਸ਼ਨੀ। ਐਂਡ ਵਾਇਰਲੈਸ ਵੇਵਜ਼, ਕ੍ਰੈਸਕੋਗ੍ਰਾਫ ਇਹ ਇੰਡੀਕੇਟ ਕਰਦਾ ਸੀ ਕਿ ਪੌਦਿਆਂ ਦੇ ਵਿੱਚ ਕਿਨ ਸਾਈਟ ਬਹੁਤ ਹੀ ਤਿੱਖੀ ਉਹਨਾਂ ਦੀ ਨਜ਼ਰ ਹੁੰਦੀ ਹੈ। ਇਹ ਰਿਐਕਟ ਅਤੇ ਉਹ ਰਿਐਕਟ ਕਰਦੇ ਹਨ ਰੋਸ਼ਨੀ ਅਤੇ ਵਾਇਰਲੈਸ ਵੇਵਜ਼, ਬਿਨਾਂ ਤਾਰਾਂ ਤੋਂ ਜਿਹੜੀ ਵੇਵਜ਼ ਹੈ ਜਾਂ ਲਹਿਰਾਂ ਹੈ ਉਹਨਾਂ ਦੇ ਵੱਲੋਂ ਰਿਐਕਟ ਜਾਂ ਪ੍ਰਤੀਕਿਰਿਆ ਕਰਦੀਆਂ ਹਨ। ਦਾ ਮਸ਼ੀਨ ਪ੍ਰੂਵਡ ਦੈਟ, ਮਸ਼ੀਨ ਨੇ ਸਿੱਧ ਕੀਤਾ ਦੈਟ ਪਲਾਂਟਸ ਹੈਵ ਸਪੈਸ਼ਲ ਸੈਂਸ, ਕਿ ਇਹਨਾਂ ਪੌਦਿਆਂ ਦੇ ਵਿੱਚ ਇੱਕ ਵਿਸ਼ੇਸ਼ ਸੈਂਸ ਹੁੰਦੀ ਹੈ ਵਿਚ ਟੈਲਸ ਦੈਮ, ਜੋ ਕਿ ਉਹਨਾਂ ਨੂੰ ਦੱਸਦੀ ਹੈ ਆਫ ਅਪਰੋਚ ਆਫ ਏ ਸਟ੍ਰੇਂਜਰ, ਅਪਰੋਚ ਮੀਨ ਆਉਣਾ, ਸਟ੍ਰੇਂਜਰ ਮੀਨ ਅਜਨਬੀ, ਕਿ ਪੌਦਿਆਂ ਦੇ ਵਿੱਚ ਇੱਕ ਅਜਿਹੀ ਸਪੈਸ਼ਲ ਸੈਂਸ ਹੁੰਦੀ ਹੈ ਜੋ ਕਿ ਉਹਨਾਂ ਨੂੰ ਦੱਸਦੀ ਹੈ ਕਿ ਕੋਈ ਸਟ੍ਰੇਂਜਰ ਜਿਹੜਾ ਹੈ, ਕੋਈ ਅਜਨਬੀ ਹੈ, ਉਹ ਉਹਨਾਂ ਦੇ ਵੱਲ ਆ ਰਿਹਾ ਹੈ। The story of this great scientist will not be complete without some mention of concern for India and her people. ਇਸ ਮਹਾਨ ਵਿਗਿਆਨਿਕ ਦੀ ਸਟੋਰੀ ਕੰਪਲੀਟ ਨਹੀਂ ਹੋਵੇਗੀ ਜੇਕਰ ਅਸੀਂ ਉਸ ਦਾ ਭਾਰਤ ਬਾਰੇ ਅਤੇ ਉਹਦੇ ਲੋਕਾਂ ਦੇ ਬਾਰੇ ਜਿਹੜੀ ਚਿੰਤਾ ਹੈ ਉਹਦਾ ਜ਼ਿਕਰ ਨਾ ਕਰੀਏ। He had a deep faith in the intelligence of his countrymen. Deep mean गहरा, faith mean विश्वास, intelligence mean बुद्धिमत्ता या अक्लमंदी, countrymen देशवासी। ਉਸ ਦਾ ਆਪਣੇ ਦੇਸ਼ ਵਾਸੀਆਂ ਦੀ ਜਿਹੜੀ ਇੰਟੈਲੀਜੈਂਸ ਹੈ, ਅਕਲਮੰਦੀ ਹੈ, ਉਹਦੇ ਵਿੱਚ ਬਹੁਤ ਹੀ ਗਹਿਰਾ ਵਿਸ਼ਵਾਸ ਸੀ। ਬੋਸ ਵਾਸ ਸਰਟੇਨ ਮੀਨ ਪੱਕਾ ਯਕੀਨ, ਬੋਸ ਨੂੰ ਪੱਕਾ ਯਕੀਨ ਸੀ ਦੈਟ ਦੇ ਵਰ ਇਜ਼ ਕੈਪੇਬਲ, ਕਿ ਉਹ ਬਹੁਤ ਹੀ ਯੋਗ ਸਨ, ਆਫ ਡੂਇੰਗ ਗ੍ਰੇਟ ਥਿੰਗਸ, ਮਹਾਨ ਕੰਮ ਕਰਨ ਦੇ ਯੋਗ ਸਨ। ਟੂਡੇ ਇਜ਼ ਦੇਅਰ ਐਨਸੈਸਟਰ ਹੈਡ ਡਨ ਇਨ ਦਾ ਪਾਸਟ, ਜਿਵੇਂ ਕਿ ਉਹਨਾਂ ਦੇ ਐਨਸੈਸਟਰਸ ਜਾਂ ਉਹਨਾਂ ਦੇ ਪੂਰਵਜਾਂ ਨੇ ਪਾਸਟ ਦੇ ਵਿੱਚ ਕੰਮ ਕੀਤੇ ਹਨ। ਇਨ ਐਨ ਐਡਰੈਸ ਏ ਕਨਵੋਕੇਸ਼ਨ ਆਫ ਯੂਨੀਵਰਸਿਟੀ ਆਫ ਮੈਸੂਰ ਇਨ ਨਵੰਬਰ 1927, ਸਰ ਜਗਦੀਸ਼ ਚੰਦਰ ਬੋਸ ਸਪੋਕ ਅਬਾਊਟ ਇੰਡੀਆਜ਼ ਗਲੋਰੀ in the past and declare that it was action and not idleness that was responsible for that glory. In an address mean भाषण ਦਿੰਦੇ ਹੋਏ, ਕਨਵੋਕੇਸ਼ਨ ਆਫ ਯੂਨੀਵਰਸਿਟੀ ਮੈਸੂਰ ਇਨ ਨਵੰਬਰ 1927 ਦੇ ਵਿੱਚ ਮੈਸੂਰੀ ਦੇ ਵਿੱਚ ਯੂਨੀਵਰਸਿਟੀ ਦੀ ਕੋਈ ਕਨਵੋਕੇਸ਼ਨ ਜਾਂ ਕੋਈ ਸਭਾ ਹੋ ਰਹੀ ਸੀ। ਤਾਂ ਸਰ ਜਗਦੀਸ਼ ਚੰਦਰ ਬੋਸ ਜਗਦੀਸ਼ ਚੰਦਰ ਬੋਸ ਜਿਹੜਾ ਸੀ ਉਹ ਬੋਲਿਆ ਅਬਾਊਟ ਇੰਡੀਆਜ਼ ਗਲੋਰੀ, ਭਾਰਤ ਦੀ ਸ਼ਾਨ ਬਾਰੇ, ਜੋ ਕਿ ਪਾਸਟ ਦੇ ਵਿੱਚ ਹੁੰਦੀ ਸੀ, ਅਤੇ ਉਸਨੇ ਡਿਕਲੇਅਰ ਕੀਤਾ ਦੈਟ ਇਟ ਵਾਜ਼ ਐਕਸ਼ਨ, ਕਿ ਇਹ ਐਕਸ਼ਨ ਹੈ, ਕੰਮ ਹੀ ਹੈ ਲੋਕਾਂ ਦਾ, ਨੋਟ ਆਈਡਲਨੈਸ, ਨਾ ਕਿ ਵਿਹਲਾਪਨ, ਦੇਟ ਵਾਜ਼ ਰਿਸਪੋਂਸੀਬਲ ਫਾਰ ਗਲੋਰੀ, ਜੋ ਕਿ ਇਸ ਗਲੋਰੀ ਜਾਂ ਸ਼ਾਨ ਦਾ ਦੇ ਲਈ ਜ਼ਿੰਮੇਵਾਰ ਹੈ। ਹੀ ਬਿਲੀਵਡ, ਉਹਦਾ ਵਿਸ਼ਵਾਸ ਸੀ ਦੇਟ ਦੇਅਰ ਕੁਡਨ ਬੀ ਨੋ ਹੈਪੀਨੈਸ, ਇੱਥੇ ਕੋਈ ਖੁਸ਼ੀ ਨਹੀਂ ਹੋ ਸਕਦੀ ਫਾਰ ਏ ਸਿੰਗਲ ਪਰਸਨ, ਇੱਕ ਵੀ ਵਿਅਕਤੀ ਦੇ ਲਈ, ਅਨਲੈਸ ਇਟ ਹੈਡ ਬੀਨ ਵੋਨ ਫॉर ਆਲ, ਜਦ ਤੱਕ ਇਸ ਗਲੋਰੀ ਨੂੰ ਸਾਰਿਆਂ ਲਈ ਨਹੀਂ ਜਿੱਤਿਆ ਜਾਂਦਾ ਉਦੋਂ ਤੱਕ ਖੁਸ਼ੀ ਨਹੀਂ ਹੋ ਸਕਦੀ। ਐਂਡ ਦਿਸ ਗ੍ਰੇਟ ਸਾਇੰਟਿਸਟ ਵਾਂਟਡ ਹਿਜ਼ ਕੰਟਰੀਮੈਨ, ਅਤੇ ਮਹਾਨ ਵਿਗਿਆਨਿਕ ਚਾਹੁੰਦਾ ਸੀ ਕਿ ਉਸਦੇ ਕੰਟਰੀਮੈਨ ਟੂ ਹੈਵ ਅਨਡਾਇੰਗ ਹੋਪ, ਕਿ ਉਹ ਇੱਕ ਨਾ ਖਤਮ ਹੋਣ ਵਾਲੀ ਹੋਪ ਨੂੰ ਜਾਂ ਉਮੀਦ ਨੂੰ ਜਿੰਦਾ ਰੱਖਣ, ਐਂਡ ਫੇਥ ਇਨ ਦਾ ਫਿਊਚਰ, ਅਤੇ ਭਵਿੱਖ ਦੇ ਅੰਦਰ ਵਿਸ਼ਵਾਸ ਰੱਖਣ।